नमस्कार, सत श्री अकाल। मैं हाँ कंवर संधू। अज दे शो दी ओवरव्यू च तुहाडा सब दा स्वागत। अज दो वक्रे वक्रे पर बहुत अहम मसलियां दा मैं विश्लेषण करूँगा। पहला गल पंजाब दे उस पिंड दी जिथे पिछले 9 महीनों च 25 नौजवान नशियां दी भेंट चढ़ गए ने। की है इस पिंड दी दर्द भरी अते खौफनाक दास्तान। इस पिंड च सरकारां दी की रही भूमिका अते हुण सरकार नूं की करन दी है लोड़। इस तो बाद गल करूँगा अपने मुल्क च सहकारिता लहर यानी कोऑपरेटिव सोसाइटीज़ उपर ताज़े जिहड़े फैसले आ उन्हां दी। केंद्र सरकार ने इस साल दे संसद दे सरद रुत इजलास च विंटर सैशन च बहुराजी सहकारिता सभावां सोध बिल पेश किया। इस बिल का पूरा नाम है मल्टी स्टेट कोऑपरेटिव सोसाइटीज़ अमेंडमेंट बिल 2022। इस बिल उपर विरोधी धिरां ने इतराज़ किया ਅਤੇ ਕਿਹਾ ਕਿ ਇਹ ਸਟੇਟਾਂ ਦੇ ਅਧਿਕਾਰਾਂ ਉੱਤੇ ਇੱਕ ਹੋਰ ਡਾਕਾ ਵਾ ਜੋ ਮੁਲਕ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਸੰਸਦ ਦੇ ਵਿਰੋਧੀ ਧਿਰਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਇਸ ਸੋਧ ਬਿੱਲ ਨੂੰ ਸਾਂਝੀ ਕਮੇਟੀ ਸੰਸਦ ਦੀ ਸਾਂਝੀ ਕਮੇਟੀ ਦੇ ਹਵਾਲੇ ਕਰਨ ਦਾ ਫੈਸਲਾ ਲਿਆ ਗਿਆ। ਆਪਣੇ ਮੁਲਕ 'ਚ ਸਹਿਕਾਰਤਾ ਲਹਿਰ ਦਾ ਕੀ ਹੈ ਬੈਕਗਰਾਊਂਡ ਪਿਛੋਕੜ, ਆਪਣੇ ਦੇਸ਼ ਅਤੇ ਸੂਬੇ 'ਚ ਕਿੰਨੀ ਕਾਮਯਾਬ ਰਹੀ ਆ ਇਹ ਕੋਆਪਰੇਟਿਵ ਸੁਸਾਇਟੀਜ਼ ਮੂਵਮੈਂਟ, ਕਿੰਨਾ ਸੂਬਿਆਂ ਅਤੇ ਮੁਲਕਾਂ ਦੀਆਂ ਸਹਿਕਾਰਤਾ ਸੁਸਾਇਟੀਜ਼ ਤੋਂ ਹੈ ਕੁਝ ਆਪਾਂ ਨੂੰ ਸਿੱਖਣ ਦੀ ਲੋੜ। ਪਰ ਪਹਿਲਾਂ ਗੱਲ ਨਸ਼ਿਆਂ ਦੀ। ਕੀ ਹੈ ਦਾਸਤਾਨ ਇਸ ਮੰਦਭਾਗੇ ਪਿੰਡ ਚਾਟੀਵਿੰਡ ਦੀ ਜਿਸ ਨੇ ਪਿਛਲੇ 9 ਮਹੀਨਿਆਂ 'ਚ 25 ਗੱਭਰੂ ਨਸ਼ਿਆਂ ਨੂੰ ਗਵਾਏ ਨੇ। ਇਹ ਜਿਹੜਾ ਪਿੰਡ ਹੈ ਚਾਟੀਵਿੰਡ ਇਹ ਬਿਲਕੁਲ ਅੰਮ੍ਰਿਤਸਰ ਦੇ ਨੇੜੇ ਹੀ ਆ, ਮਤਲਬ 7-8 ਕਿਲੋਮੀਟਰ 'ਤੇ ਆ। ਔਰ ਆਮ ਲੋਕ ਇਸ ਪਿੰਡ ਤੋਂ ਅੰਮ੍ਰਿਤਸਰ ਦੇ ਵਿੱਚ ਕੰਮ ਕਰਨ ਆਉਂਦੇ ਆ ਜਾਂ ਐਟਲੀਸਟ ਕਾਫੀ ਇਸ ਪਿੰਡ ਦੀ ਆਵਾਜਾਈ ਆ। ਔਰ ਇਹ ਪਿੰਡ ਜਿਹੜਾ ਵਾ ਇਹ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਆ। ਤੁਹਾਨੂੰ ਯਾਦ ਆ ਕਿ ਪਹਿਲੋਂ ਅੰਮ੍ਰਿਤਸਰ ਦਾ ਇੱਕ ਬਸਤੀ ਆ ਉੱਥੇ ਮਕਬੂਲਪੁਰਾ, ਉਹ ਕਾਫੀ ਸੁਰਖੀਆਂ ਦੇ ਵਿੱਚ ਸੀ ਵੀ ਉੱਥੋਂ ਦੇ ਬਹੁਤ ਲੋਕੀ ਨਸ਼ਿਆਂ ਦੀ ਭੇਂਟ ਚੜ੍ਹ ਗਏ। ਔਰ ਬਹੁਤ ਉੱਥੇ ਔਰਤਾਂ ਜਿਹੜੀਆਂ ਵਾ ਵਿਧਵਾ ਹੋ ਗਈਆਂ ਕਿਉਂਕਿ ਉਹਨਾਂ ਦੇ ਹਸਬੈਂਡ ਜਿਹੜੇ ਆ ਨਸ਼ੇੜੀ ਹੋ ਕੇ ਮਾਰੇ ਗਏ। ਔਰ ਉਹਨੂੰ ਵਿਧਵਾ ਦਾ ਪਿੰਡ ਵੀ ਕਿਹਾ ਜਾਂਦਾ ਸੀਗਾ, ਵਿਧਵਾ ਦਾ ਕਸਬਾ ਵੀ ਕਿਹਾ ਜਾਂਦਾ ਸੀ ਮਕਬੂਲਪੁਰਾ। ਉਸੇ ਤਰ੍ਹਾਂ ਹੀ ਇਹ ਜਿਹੜਾ ਪਿੰਡ ਆ ਚਾਟੀਵਿੰਡ ਇਹ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਆ। ਅਖਬਾਰਾਂ 'ਚ ਖਬਰਾਂ ਲਗਾਤਾਰ ਉਹਦੀਆਂ ਆ ਰਹੀਆਂ ਵਾ। ਔਰ ਮੈਂ ਪੜ੍ਹ ਰਿਹਾ ਸੀਗਾ 3-4 ਦਿਨ ਪਹਿਲੋਂ ਜਿਹੜਾ ਪੰਜਾਬ ਦਾ ਮਸ਼ਹੂਰ ਅਖਬਾਰ ਟ੍ਰਿਬਿਊਨ ਆ ਉਹਦੇ 'ਚ ਵੀ ਇਹਦੇ ਬਾਰੇ ਖਬਰ ਛਪੀ। ਉਹਨਾਂ ਦਾ ਜਿਹੜਾ ਕੋਰਸਪੋਂਡੈਂਟ ਆ ਚਰਨਜੀਤ ਤੇਜਾ ਉਹਦੀ ਖਬਰ ਸੀ। ਉਹਨਾਂ ਕਿਹਾ ਕਿ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 9 ਮਹੀਨਿਆਂ ਦੇ ਵਿੱਚ ਕਰੀਬ 25 ਨੌਜਵਾਨ ਜਿਹੜੇ ਆ ਗੱਭਰੂ ਉਹ ਨਸ਼ਿਆਂ ਦੀ ਭੇਟ ਚੜ੍ਹ ਗਏ, ਓਵਰਡੋਜ਼ ਨਾਲ ਉਹ ਮਾਰੇ ਗਏ। 9 ਮਹੀਨਿਆਂ 'ਚ 25 ਨੌਜਵਾਨ ਓਵਰਡੋਜ਼ ਨਾਲ ਮਰਨੇ ਬਹੁਤ ਵੱਡੀ ਗੱਲ ਆ। ਔਰ ਕਈ ਇਹੋ ਜਿਹੇ ਪਰਿਵਾਰ ਨੇ ਉੱਥੇ ਜਿਨ੍ਹਾਂ ਨੂੰ ਕੋਈ ਉਹਨਾਂ ਦੀ ਰੋਟੀ ਪਾਣੀ ਦੇਣ ਨੂੰ ਉਹਨਾਂ ਨੂੰ ਹੈ ਨਹੀਂ, ਕੋਈ ਕਮਾਈ ਦਾ ਸਾਧਨ ਉਹਨਾਂ ਦਾ ਕੋਈ ਨਹੀਂਗਾ। ਔਰ ਉਹਨਾਂ ਦੇ ਘਰ ਰੋਟੀ ਨਹੀਂ ਪੱਕਦੀ। ਔਰ ਕਈ ਇਹੋ ਜਿਹੇ ਲੋਕ ਨੇ ਉੱਥੇ ਬਜ਼ੁਰਗ ਨੇ ਜਿਹੜੇ ਤੁਰ ਕੇ 3 ਕਿਲੋਮੀਟਰ ਤੁਰ ਕੇ ਨਾਲ ਚੱਬਾ ਉੱਥੇ ਬਾਬਾ ਨੌਧ ਸਿੰਘ ਦਾ ਗੁਰਦੁਆਰਾ ਵਾ, ਉੱਥੇ ਲੰਗਰ ਚੱਲਦਾ ਰਹਿੰਦਾ ਵਾ, ਉੱਥੇ ਜਾ ਕੇ ਲੰਗਰ ਖਾ ਕੇ ਵਾਪਸ ਆਉਂਦੇ। ਇਹ ਲਗਾਤਾਰ ਇਹ ਪ੍ਰੋਸੈਸ ਕਈ ਦਿਨਾਂ ਤੋਂ ਇਹ ਚੱਲ ਰਿਹਾ ਵਾ। ਔਰ ਉੱਥੋਂ ਦੀਆਂ ਜਿਹੜੀਆਂ ਗੱਲਾਂ ਸੁਣੀਆਂ ਅਤੇ ਕਈ ਕਹਾਣੀਆਂ ਵਾ ਜਿਹੜੀਆਂ ਬਹੁਤ ਦਰਦਨਾਕ ਆ। ਇੱਕ ਬੀਬੀ ਆ ਸ਼ਿੰਦੋ, ਮੈਨੂੰ ਨਹੀਂ ਪਤਾ ਉਹਦੀ ਉਮਰ ਕਿੰਨੀ ਕੁ ਆ, ਪਰ ਉਹਦੇ 2 ਬੇਟੇ ਸੀ, ਦੋਵੇਂ ਨਸ਼ਿਆਂ ਦੇ ਸ਼ਿਕਾਰ ਹੋ ਗਏ। ਔਰ ਉਹ ਰੋਜ਼ ਵਿਚਾਰੀ 3-4 ਕਿਲੋਮੀਟਰ ਤੁਰ ਕੇ ਜਾਂਦੀ ਹੈ, ਉੱਥੇ ਲੰਗਰ ਛਕ ਕੇ ਵਾਪਸ ਆਉਂਦੀ ਹੈ। ਇਸੇ ਤਰ੍ਹਾਂ ਇੱਕ 80 ਸਾਲ ਦਾ ਬਜ਼ੁਰਗ ਹੈ ਉੱਥੇ, ਇੰਦਰ ਸਿੰਘ ਉਹਦਾ ਨਾਮ ਆ। 3 ਬੇਟੇ ਵਿਚਾਰੇ ਦੇ ਨਸ਼ਿਆਂ ਦੀ ਭੇਟ ਚੜ੍ਹ ਗਏ। ਔਰ ਉਹ ਪਿੱਛੇ 6 ਜਿਹੜੇ ਪੋਤੇ ਪੋਤਰੀਆਂ ਜਿਹੜੇ ਆ ਉਹ ਛੱਡ ਗਏ। 2 ਬੇਟੇ ਆ ਅਤੇ 4 ਲੜਕੀਆਂ ਵਾ। ਔਰ ਜਿਹੜੇ ਬੇਟੇ ਆ ਸੁਣਿਆ ਵਾ 10-11 ਸਾਲ ਦੇ ਆ ਔਰ ਉਹ ਵੀ ਨਸ਼ੇੜੀ ਆ। ਸੋ ਤੁਸੀਂ ਅੰਦਾਜ਼ਾ ਲਾਓ ਵੀ ਇਹ ਵਿਚਾਰਾ 80 ਸਾਲ ਦਾ ਇੰਦਰ ਸਿੰਘ ਜਿਹੜਾ ਬਜ਼ੁਰਗ ਆ ਉਹਨੂੰ 6 ਬੱਚੇ ਸੰਭਾਲਣੇ ਪੈ ਰਹੇ ਆ। ਸੋ ਇਹ ਹੈ ਇਸ ਦਰਦਨਾਕ ਦਾਸਤਾਨ। ਇਸੇ ਤਰ੍ਹਾਂ ਇੱਕ ਹੋਰ ਬੀਬੀ ਆ, ਉਹਦੀ ਵੀ ਕਰੀਬ 80-82 ਸਾਲ ਦੀ ਉਮਰ ਆ, ਪ੍ਰੀਤਮ ਕੌਰ। ਉਹਦੇ ਜਿਹੜੀ ਬੇਟੀ ਸੀ ਉਹਦੀ ਡੈਥ ਹੋ ਗਈ ਸੀ ਬਹੁਤ ਸਾਲ ਪਹਿਲਾਂ ਛੋਟੀ ਉਮਰ ਦੇ ਵਿੱਚ। ਔਰ ਉਹਨੇ ਫਿਰ ਉਹਦਾ ਜਿਹੜਾ ਆਪਣਾ ਦੋਤਾ ਵਾ ਗ੍ਰੈਂਡਸਨ ਹੈ ਜਿਹੜਾ ਕੁਲਵਿੰਦਰ ਸਿੰਘ ਬਿੰਦਾ ਨਾਂ ਦਾ ਸ਼ਖਸ ਸੀਗਾ, ਉਹਨੂੰ ਪਾਲਿਆ ਉਹਨੇ। ਔਰ 26 ਸਾਲ ਦੀ ਉਮਰ ਜਦੋਂ ਉਹਦੀ ਹੋ ਗਈ ਪਿਛਲੇ ਮਹੀਨੇ ਉਹ ਵੀ ਨਸ਼ਿਆਂ ਦੀ ਓਵਰਡੋਜ਼ ਨਾਲ ਮਾਰਿਆ ਗਿਆ। ਸੋ ਤੁਸੀਂ ਇਹ ਵੇਖ ਲਓ ਵੀ ਇਹ ਵਿਚਾਰੀ ਪ੍ਰੀਤਮ ਕੌਰ ਦੇ ਦਿਲ 'ਤੇ ਕੀ ਬੀਤਦੀ ਹੋਊਗੀ ਵੀ 24-25 ਸਾਲ ਉਹਨੇ ਬੱਚਾ ਵੱਡਾ ਕੀਤਾ, ਪਾਲਿਆ ਪੋਸਿਆ ਔਰ ਉਹ ਨਸ਼ਿਆਂ ਦੀ ਭੇਂਟ ਚੜ੍ਹ ਗਿਆ ਉਹ ਵੀ।
ਇਸੇ ਤਰ੍ਹਾਂ ਹੋਰ ਉੱਥੇ ਇੱਕ ਬਜ਼ੁਰਗ ਆ ਹਰਭਜਨ ਸਿੰਘ 70 ਸਾਲ ਦੀ ਉਮਰ ਆ 3 ਬੇਟੇ ਗਵਾ ਚੁੱਕਾ ਵਾ ਔਰ ਇੱਕ ਬੇਟਾ ਸੀ ਉਹ ਸ਼ਾਦੀ ਕੀਤੀ ਉਹਨੇ ਸ਼ਾਦੀ ਦੇ 6 ਮਹੀਨੇ ਬਾਅਦ ਉਹ 2 ਸਾਲ ਪਹਿਲਾਂ ਮਾਰਿਆ ਗਿਆ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਉੱਥੋਂ ਬਾਹਰ ਆ ਰਹੀਆਂ ਵਾ ਔਰ ਉੱਥੋਂ ਦਾ ਜਿਹੜਾ ਸਰਪੰਚ ਆ ਉਹਨੇ ਮੀਡੀਆ ਨੂੰ ਦੱਸਿਆ ਕਿ ਹਰ ਤੀਜਾ ਘਰ ਜਿਹੜਾ ਵਾ ਉਹ ਨਸ਼ੇੜੀ ਆ, ਉਹਦੇ 'ਚ ਕੋਈ ਨਾ ਕੋਈ ਨਸ਼ਾ ਕਰਦਾ ਵਾ। ਔਰ ਇਸ ਤੋਂ ਇਲਾਵਾ ਇੱਕ ਹੋਰ ਮਾੜੀ ਗੱਲ ਇਹ ਆ ਵੀ ਜਿਹੜੇ ਲੋਕੀ ਬਚੇ ਵੀ ਆ ਉਹਨਾਂ ਦੇ ਵਿੱਚ 25-26 ਲੋਕ ਇਹੋ ਜਿਹੇ ਨੇ ਨਸ਼ੇ ਵੀ ਕਰਦੇ ਆ ਅਤੇ HIV ਪੋਜ਼ੀਟਿਵ ਵੀ ਆ, ਕਈ ਹਸਬੈਂਡ ਵਾਈਫ ਵੀ HIV ਪੋਜ਼ੀਟਿਵ ਆ। ਸੋ ਇਹੋ ਜਿਹੀ ਉਸ ਪਿੰਡ ਦੀ ਕਹਾਣੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਸਾਰੀ ਦੀ ਕਹਾਣੀ ਦੇ ਵਿੱਚ ਇਸ ਦਾਸਤਾਨ ਦੇ ਵਿੱਚ ਸਰਕਾਰਾਂ ਦੀ ਕੀ ਭੂਮਿਕਾ ਰਹੀ। ਉੱਥੋਂ ਦੇ ਲੋਕ ਉਸ ਇਲਾਕੇ ਦੇ ਲੋਕ ਦੱਸਦੇ ਆ ਵੀ ਇਹ ਨਸ਼ਿਆਂ ਦੀ ਜਿਹੜੀ ਕਹਾਣੀ ਆ ਇਹ ਅਕਾਲੀ ਭਾਜਪਾ ਵੇਲੇ ਦੀ ਚੱਲ ਰਹੀ ਆ, ਕਾਂਗਰਸ ਵੇਲੇ ਵੀ ਇਹ ਚੱਲਦੀ ਰਹੀ ਔਰ ਕਿਸੇ ਨੇ ਇਹਦੇ 'ਤੇ ਰੋਕਥਾਮ ਦੀ ਕੋਸ਼ਿਸ਼ ਨਹੀਂ ਕੀਤੀ। ਉਦੋਂ ਵੀ ਲੋਕ ਮਰ ਰਹੇ ਸੀ। ਆ ਜਿਹੜੇ 25 ਲੋਕ ਇਹ 9 ਮਹੀਨਿਆਂ 'ਚ ਮਰੇ ਆ, ਉਸ ਤੋਂ ਪਹਿਲਾਂ ਵੀ ਨੁਕਸਾਨ ਹੁੰਦਾ ਰਿਹਾ। ਜਿਵੇਂ ਆ ਲਾਸਟ ਗੱਲ ਤਾਂ ਮੈਂ ਹਰਭਜਨ ਸਿੰਘ ਦੀ ਦੱਸੀ ਆ, ਉਹਦਾ ਬੇਟਾ ਤਾਂ 2 ਸਾਲ ਪਹਿਲਾਂ ਮਰਿਆ ਸੀਗਾ। ਸੋ ਸਰਕਾਰਾਂ ਦੀ ਭੂਮਿਕਾ ਬਹੁਤ ਮਾੜੀ ਰਹੀ ਔਰ ਪਤਾ ਸੀ ਸਾਰਿਆਂ ਨੂੰ ਵੀ ਨਸ਼ੇ ਵਿਕਦੇ ਉੱਥੇ, ਨਸ਼ੇ ਨਹੀਂ ਰੋਕ ਸਕੇ। ਔਰ ਇਸ ਸਰਕਾਰ ਨੇ ਕੀ ਕੀਤਾ, ਰੇਡ ਕਦੀ ਕਦੀ ਹੁੰਦੇ ਆ, 2 ਹਫ਼ਤੇ ਪਹਿਲਾਂ ਵੀ ਰੇਡ ਹੋਇਆ ਵਾ, ਪਰ ਕੀ ਇਹਦਾ ਰੇਡ ਇਲਾਜ ਆ ਸਿਰਫ? ਕੀ ਇਹ ਲੋਕ ਜਿਹੜੇ ਜਿਨ੍ਹਾਂ ਨੇ ਆਪਣੇ ਘਰ ਦੇ ਮੈਂਬਰ ਗਵਾਏ ਉਹਨਾਂ ਦੀ ਬਾਂਹ ਫੜਨ ਦੀ ਲੋੜ ਨਹੀਂ ਸੀਗੀ, ਪਰ ਕਿਸੇ ਨੇ ਬਾਂਹ ਨਹੀਂ ਫੜੀ। ਸੋ ਸਰਕਾਰਾਂ ਦੀ ਭੂਮਿਕਾ ਜਿਹੜੀ ਆ ਲਗਾਤਾਰ ਜਿਹੜੀਆਂ 3 ਵੱਖਰੀਆਂ ਪਾਰਟੀਆਂ ਦੇ ਸਰਕਾਰਾਂ ਬਣੀਆਂ ਵਾ, 3-4 ਪਾਰਟੀਆਂ ਦੀਆਂ, ਉਹਨਾਂ ਦੀ ਭੂਮਿਕਾ ਜਿਹੜੀ ਆ ਬਹੁਤ ਨਿੰਦਣਯੋਗ ਆ ਔਰ ਇਟ ਇਜ਼ ਫਾਊਂਡ ਵਾਂਟਿੰਗ। ਹੁਣ ਆਪਾਂ ਨੈਕਸਟ ਇਸ਼ੂ ਦੇ ਉੱਤੇ ਡਿਸਕਸ਼ਨ ਕਰਾਂਗੇ ਕਿ ਨਸ਼ਿਆਂ ਨਾਲ ਪੀੜਤ ਪਿੰਡਾਂ ਬਾਰੇ, ਜਿਸ ਤਰ੍ਹਾਂ ਚਾਟੀਵਿੰਡ ਹੈ ਤਾਂ ਹੋਰ ਵੀ ਪਿੰਡ ਆ, ਉਹਨਾਂ ਬਾਰੇ ਸਰਕਾਰ ਨੂੰ ਕਿਹੋ ਜਿਹੀ ਨੀਤੀ ਪਾਲਿਸੀ ਬਣਾਉਣ ਦੀ ਹੈ ਲੋੜ। ਆਮ ਆਦਮੀ ਪਾਰਟੀ ਨੂੰ ਸੱਤਾ 'ਚ ਆਇਆ 9 ਮਹੀਨੇ ਹੋ ਗਏ ਔਰ ਪਿਛਲੇ ਮਹੀਨੇ ਮੈਂ ਕੁਝ ਫਿਗਰਸ ਵੇਖ ਰਿਹਾ ਸੀ। ਜਦੋਂ 8 ਮਹੀਨੇ ਹੋਏ ਸਰਕਾਰ ਨੂੰ ਤਾਂ ਇੱਕ ਅੰਦਾਜ਼ਾ ਸੀ ਵੀ 190 ਲੋਕ ਨਸ਼ਿਆਂ ਦੀ ਓਵਰਡੋਜ਼ ਨਾਲ ਮਾਰੇ ਗਏ। ਹਾਲਾਂਕਿ ਇਹ ਸਰਕਾਰ ਦਾ ਦਾਅਵਾ ਸੀ ਵੀ ਸਾਨੂੰ ਸਰਕਾਰ ਬਣਾ ਲੈਂਦੇ ਹੋ, ਕਿਸੇ ਨੂੰ ਓਵਰਡੋਜ਼ ਨਾਲ ਕੋਈ ਨਹੀਂ ਮਰੂਗਾ, ਅਸੀਂ ਬਿਲਕੁਲ ਪੁਖਤਾ ਕਦਮ ਜਿਹੜੇ ਆ ਉਹ ਚੁੱਕਾਂਗੇ। ਔਰ ਇਹ ਜਿਹੜੇ 8 ਮਹੀਨਿਆਂ 'ਚ 190 ਦਾ ਮਤਲਬ ਹੁਣ 9 ਮਹੀਨਿਆਂ ਦੇ ਵਿੱਚ 200 ਤੋਂ ਵੱਧ ਜਿਹੜੇ ਆ ਨਸ਼ੇ ਓਵਰਡੋਜ਼ ਨਾਲ ਮਰ ਗਏ ਹੋਣੇ ਆ। ਔਰ ਸਭ ਤੋਂ ਜ਼ਿਆਦਾ ਲੋਕ ਮਰੇ ਆ ਬਠਿੰਡਾ 'ਚ, 30 ਤੋਂ 35 ਲੋਕ। ਉਸ ਤੋਂ ਬਾਅਦ ਤਰਨਤਾਰਨ 24-25 ਲੋਕ ਉੱਥੇ ਮਰੇ ਆ। ਫਿਰ ਫਿਰੋਜ਼ਪੁਰ 'ਚ 20-21 ਲੋਕ ਉੱਥੇ ਮਾਰੇ ਗਏ। ਸੋ ਬਾਕੀ ਜ਼ਿਲ੍ਹਿਆਂ ਦੇ ਵੀ 1-1, 2-2 ਜਾਂ 5-5, 7-7 ਹੈਗੇ ਆ। ਓਬਵੀਅਸਲੀ ਨੌਜਵਾਨ ਹੀ ਮਰ ਰਹੇ ਆ ਜ਼ਿਆਦਾ, 15 ਤੋਂ ਲੈ ਕੇ ਤੇ 30-35 ਸਾਲ ਤੱਕ ਦੇ ਨੌਜਵਾਨ ਮਰਦੇ ਆ। ਔਰ ਇਹਦਾ ਕਾਰਨ ਆਪਾਂ ਨੂੰ ਪਤਾ ਹੀ ਆ ਕਿ ਬੇਰੁਜ਼ਗਾਰੀ ਆ, ਪਰ ਹੁਣ ਬੇਰੁਜ਼ਗਾਰੀ ਤਾਂ ਇੱਕਦਮ ਓਵਰਨਾਈਟ ਤੇ ਖਤਮ ਹੋ ਨਹੀਂ ਸਕਦੀ। ਸੋ ਕੁਝ ਇਮੀਡੀਏਟ ਸਟੈਪਸ, ਪੁਖਤਾ ਸਟੈਪਸ ਜਿਹੜੇ ਆ ਸਰਕਾਰ ਨੂੰ ਚੁੱਕਣ ਦੀ ਲੋੜ ਹੈ। ਮੈਂ ਉਹਦੇ ਬਾਰੇ ਗੱਲ ਕਰ ਰਿਹਾ ਵਾਂ ਔਰ ਜਿਹੜੇ ਬਾਹਰ ਵਾਸਤੇ ਪੰਜਾਬੀ ਵੀ ਮੈਨੂੰ ਸੁਣ ਰਹੇ ਆ ਉਹ ਵੀ ਜ਼ਰਾ ਧਿਆਨ ਨਾਲ ਸੁਣਨ, ਕਿਉਂਕਿ ਮੈਂ ਉਹਨਾਂ ਨੂੰ ਵੀ ਇੱਕ ਅਪੀਲ ਕਰਨ ਲੱਗਾ ਵਾਂ। ਸਰਕਾਰ ਨੂੰ ਚਾਹੀਦਾ ਵਾ ਵੀ ਜਿਹੜੇ ਪਿੰਡਾਂ ਦੇ ਘੱਟੋ ਘੱਟ 2-2 ਲੋਕ ਓਵਰਡੋਜ਼ ਨਾਲ ਮਾਰੇ ਗਏ ਉਹਨਾਂ ਨੂੰ ਆਇਡੈਂਟੀਫਾਈ ਕਰੇ ਸਰਕਾਰ। ਜਿਵੇਂ ਆ ਚਾਟੀਵਿੰਡ ਦੀ ਆਪਾਂ ਅੰਮ੍ਰਿਤਸਰ ਦੀ ਗੱਲ ਕਰੇ ਤਾਂ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ, ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਆ। ਜ਼ੀਰਾ ਦੇ ਵਿੱਚ ਇੱਕ ਬਸਤੀ ਆ ਟਿੱਬਾ ਬਸਤੀ, ਉਹਦੇ ਲੋਕ 4-5 ਲੋਕ ਜਿਹੜੇ ਆ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਆ। ਇਸ ਤਰ੍ਹਾਂ ਦੇ ਹੋਰ ਵੀ ਪਿੰਡ ਆ। ਸਾਰੇ ਪਿੰਡਾਂ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਸਰਕਾਰ ਨੂੰ, ਜਿੱਥੇ 2 ਜਾਂ 2 ਤੋਂ ਵੱਧ ਲੋਕ ਓਵਰਡੋਜ਼ ਨਾਲ ਮਰੇ ਹੋਣ। ਉੱਥੇ ਸਰਕਾਰ ਨੂੰ ਜਿਹੜੀ ਮੋਬਾਈਲ ਵੈਨਸ, ਮੈਡੀਕਲ ਵੈਨਸ ਉੱਥੇ ਖੜੀਆਂ ਕਰਨੀਆਂ ਚਾਹੀਦੀਆਂ, ਤਾਂ ਕਿ ਜੇ ਕੋਈ ਓਵਰਡੋਜ਼, ਜੇ ਕੋਈ ਟੀਕਾ ਲਾਉਂਦਾ ਵਾ, ਆਪਣੇ ਆਪ ਨੂੰ ਜ਼ਿਆਦਾ ਨਸ਼ਾ ਕਰਦਾ ਵਾ, ਤਾਂ ਇੱਕਦਮ ਉਹਨੂੰ ਹਸਪਤਾਲ ਲਿਜਾਇਆ ਜਾਏ ਤਾਂ ਕਿ ਉਹਦੀ ਜਾਨ ਬਚ ਜਾਵੇ। ਬਹੁਤ ਸਾਰੇ ਲੋਕ ਜਿਹੜੇ ਆ ਉਹ ਮੈਡੀਕਲ ਫੈਸਿਲਿਟੀ ਨਾ ਮਿਲਣ ਕਰਕੇ ਵੀ ਦਮ ਤੋੜ ਜਾਂਦੇ ਆ। ਇਸ ਤੋਂ ਇਲਾਵਾ ਇਹ ਜਿਹੜੇ ਪਿੰਡ ਨੇ 2-2, 4-4 ਪਿੰਡਾਂ ਦਾ ਕਲਸਟਰ ਬਣਾ ਕੇ ਉੱਥੇ ਰੀਹੈਬ ਸੈਂਟਰਸ ਸ਼ਹਿਰਾਂ 'ਚ ਅਸੀਂ ਬਣਾਏ ਆ। ਰੀਹੈਬ ਸੈਂਟਰਸ ਇਹਨਾਂ ਦੇ ਨੇੜੇ ਖੋਲ੍ਹੇ ਜਾਣ ਔਰ ਜਿਹੜਾ ਵੀ ਕੋਈ ਨਸ਼ੇੜੀ ਹੁੰਦਾ ਸਰਪੰਚਿਸ ਨਾਲ ਸੰਪਰਕ ਕੀਤਾ ਜਾਵੇ, ਉਹਨਾਂ ਪਿੰਡਾਂ ਦੇ ਸਰਪੰਚਿਸ ਨਾਲ। MLA ਜਿਹੜਾ ਵਾ ਇਲਾਕੇ ਦਾ ਉਹ ਬੜੀ ਵੱਡੀ ਭੂਮਿਕਾ ਨਿਭਾ ਸਕਦਾ ਵਾ ਤਾਂ ਕਿ ਲੋਕਾਂ ਨੂੰ ਰੀਹੈਬ ਸੈਂਟਰ ਦੇ ਵਿੱਚ ਭੇਜਿਆ ਜਾ ਸਕੇ, ਉਹਨਾਂ ਦਾ ਇਲਾਜ ਜਿਹੜਾ ਵਾ ਹੋ ਸਕੇ। ਇਸ ਤੋਂ ਇਲਾਵਾ ਜਿਹੜੇ ਪੀੜਿਤ ਪਰਿਵਾਰ ਨੇ, ਆਪਾਂ ਪਿੰਡਾਂ ਨੂੰ ਤਾਂ ਆਇਡੈਂਟੀਫਾਈ ਕੀਤਾ ਹੀ ਆ ਜਿੱਥੇ ਮੋਬਾਈਲ ਵੈਨਸ ਜਾਂ ਰੀਹੈਬ ਸੈਂਟਰ ਲਾਉਣੇ ਆ। ਇਸੇ ਤਰ੍ਹਾਂ ਜਿਹੜੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੇ ਜੀ ਚਲੇ ਗਏ, ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਸਰਕਾਰ ਨੂੰ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ। ਆਫਟਰ ਆਲ ਕਿੰਨੀ ਦੇਰ ਲੰਗਰ ਤੋਂ ਲੰਗਰ ਛਕਦੇ ਰਹਿਣਗੇ, ਲੰਗਰ ਜਿਹੜੇ ਗੁਰਦੁਆਰੇ 'ਚ ਚੱਲਦੇ ਆ। ਸੋ ਇਹਨਾਂ ਨੂੰ ਕੋਈ ਨਾ ਕੋਈ ਸਟਾਈਪੈਂਡ 2,000-3,000 ਰੁਪਈਆ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਘਰਾਂ ਦੇ ਵਿੱਚ ਰੋਟੀ ਪੱਕ ਜਾਵੇ। ਜਿਹੜਾ ਦਾ ਕੋਈ ਕਮਾਈ ਦਾ ਸਾਧਨ ਨਹੀਂ ਰਿਹਾ, ਕੋਈ
ਕਮਾਈ ਕਰਨ ਵਾਲਾ ਕੋਈ ਜੀ ਨਹੀਂ ਰਿਹਾ, ਉਹਨਾਂ ਨੂੰ ਐਟਲੀਸਟ ਰਾਸ਼ਨ ਮੁਫਤ ਦਿੱਤਾ ਜਾਵੇ ਔਰ ਉਹਨਾਂ ਨੂੰ ਕੋਈ 2 ਜਾਂ 4 ਹਜ਼ਾਰ ਰੁਪਈਆ ਘੱਟੋ ਘੱਟ ਉਹਨਾਂ ਨੂੰ ਸਟਾਈਪੈਂਡ ਦਿੱਤਾ ਜਾਏ, ਤਾਂ ਕਿ ਉਹ ਆਪਣੀਆਂ ਜ਼ਰੂਰਤਾਂ ਜਿਹੜੀਆਂ ਵਾ ਬੇਸਿਕ ਜ਼ਰੂਰਤਾਂ ਨੂੰ ਪੂਰਾ ਉਹ ਕਰ ਸਕਣ। ਇਸ ਤੋਂ ਇਲਾਵਾ NGOs ਨੂੰ ਅਪੀਲ ਕਰਨੀ ਚਾਹੀਦੀ ਆ, ਅਸੀਂ ਵੀ ਅਪੀਲ ਕਰਦੇ ਹਾਂ ਵੀ ਇਹ ਜਿਹੜੇ ਪੀੜਿਤ ਪਰਿਵਾਰ ਨੇ ਇਹਨਾਂ ਦੀ ਬਾਂਹ ਫੜੀ ਜਾਵੇ। ਕੁਝ NRIs ਜਿਹੜੇ ਨੇ, ਜੇ ਇਹਨਾਂ ਪਰਿਵਾਰਾਂ ਨੂੰ ਅਡੋਪਟ ਕਰ ਸਕਣ ਜਿਨ੍ਹਾਂ ਦਾ ਕੋਈ ਹੋਰ ਸਾਧਨ ਹੈ ਨਹੀਂਗਾ ਰੋਜ਼ੀ ਰੋਟੀ ਦਾ, ਉਹ ਵੀ ਬਹੁਤ ਚੰਗੀ ਗੱਲ ਹੋਊਗੀ। ਔਰ ਅਸੀਂ ਇਨਵਾਈਟ ਕਰਦੇ ਹਾਂ NRIs ਨੂੰ ਵੀ ਕਿ ਇਹ ਪੀੜਿਤ ਪਰਿਵਾਰਾਂ ਨੂੰ ਅਡੋਪਟ ਕਰਕੇ ਉਹਨਾਂ ਨਾਲ ਕੋਈ ਨਾ ਕੋਈ ਉਹਨਾਂ ਦਾ ਹੈਲਪ ਜਿਹੜੀ ਆ ਰੈਗੂਲਰ ਤੌਰ 'ਤੇ ਹਰ ਮਹੀਨੇ ਕੋਈ ਸੰਸਥਾ ਬਣਾਈ ਜਾ ਸਕਦੀ ਪਿੰਡ ਦੇ ਵਿੱਚ, ਜਾਂ ਸਰਪੰਚ ਦੇ ਥਰੂ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਜੇ NGOs ਕੋਈ ਕਰਨ ਤਾਂ ਬਹੁਤ ਵਧੀਆ ਵਾ, ਉਹਨਾਂ ਨੂੰ ਹਰ ਮਹੀਨੇ ਮਾਲੀ ਸਹਾਇਤਾ ਜਿਹੜੀ ਆ ਇਹ ਬਾਹਰ ਵਾਸਤੇ ਪੰਜਾਬੀ ਜਿਹੜੇ ਨੇ ਉਹ ਪਹੁੰਚਾਉਣ। ਉਹਨਾਂ ਨੇੜੇ ਦੇ ਪਿੰਡਾਂ ਦੇ ਲੋਕੀ ਜੇ ਪਹੁੰਚਾਉਣ ਤਾਂ ਉਹ ਬੈਟਰ ਆ। ਹੁਣ ਪਤਾ ਨਹੀਂ ਚਾਟੀਵਿੰਡ ਦਾ ਜਾਂ ਜਿਹੜਾ ਟਿੱਬਾ ਬਸਤੀ ਆ ਜ਼ੀਰਾ ਦੀ, ਉੱਥੋਂ ਦੇ ਜਾਂ ਹੋਰ ਜਿਹੜੇ ਪਿੰਡ ਆ ਉੱਥੋਂ ਦੇ ਬਾਹਰ ਵਾਸਤੇ ਪੰਜਾਬੀ ਆ ਪ੍ਰੋਗਰਾਮ ਸੁਣ ਰਹੇ ਆ ਕਿ ਨਹੀਂ, ਪਰ ਇਸ ਤਰ੍ਹਾਂ ਦੀ ਮਦਦ ਕਰਨ ਦੀ ਬਹੁਤ ਸਖਤ ਜ਼ਿਆਦਾ ਲੋੜ ਆ। ਪੁਲਿਸ ਤੇ ਸਿਰਫ ਰੇਡ ਕਰ ਸਕਦੀ ਆ। 2 ਹਫ਼ਤੇ ਪਹਿਲਾਂ ਵੀ ਮੈਂ ਦੱਸਿਆ ਚਾਟੀਵਿੰਡ 'ਚ ਰੇਡ ਹੋਇਆ, ਲੇਕਿਨ ਉਹਦਾ ਕੀ ਫਾਇਦਾ? ਜਿਹੜੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਨੇ ਜੀ ਗਵਾਲੇ, ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਨਾ ਹੋ ਰਿਹਾ। ਔਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਰੇਡ ਹੁੰਦੇ ਆ, ਜਿਹੜੇ ਲੋਕ ਇਹ ਨਸ਼ਾ ਵੇਚਦੇ ਆ ਉਹ ਉਰਾਂ ਪਰਾਂ ਹੋ ਜਾਂਦੇ ਆ ਔਰ ਆਮ ਤੌਰ 'ਤੇ ਉਹ ਫੜੇ ਨਹੀਂ ਜਾਂਦੇ। ਬਹੁਤ ਗੰਭੀਰ ਮਸਲਾ ਵਾ ਔਰ ਆਪਾਂ ਨੂੰ ਆਪਣੀ ਜਵਾਨੀ ਨੂੰ ਬਚਾਉਣ ਲਈ, ਉਹਨਾਂ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਲਈ ਜੋ ਵੀ ਕਦਮ ਚੁੱਕਣਾ ਪਵੇ ਆਪਾਂ ਨੂੰ ਚੁੱਕਣਾ ਚਾਹੀਦਾ ਵਾ। ਹੁਣ ਮੈਂ ਨਸ਼ਿਆਂ ਤੋਂ ਇੱਕ ਡਿਫਰੈਂਟ ਮਸਲੇ ਵੱਲ ਨੂੰ ਵਧ ਰਿਹਾ ਵਾਂ। ਮੈਂ ਕੋਆਪਰੇਟਿਵ ਮੂਵਮੈਂਟ ਦੀ ਗੱਲ ਕਰਨ ਲੱਗਾ ਕਿ ਸਹਿਕਾਰਤਾ ਸਭਾਵਾਂ ਸੋਧ ਬਿੱਲ, ਕੋਆਪਰੇਟਿਵ ਸੁਸਾਇਟੀਜ਼ ਅਮੈਂਡਮੈਂਟ ਬਿੱਲ ਜਿਹੜਾ ਵਾ ਉਹ ਮੁਲਕ ਦੇ ਸੰਘੀ ਢਾਂਚੇ ਨੂੰ, ਫੈਡਰਲਿਜ਼ਮ ਨੂੰ ਹੋਰ ਕਮਜ਼ੋਰ ਕਰੂਗਾ। ਮੈਨੂੰ ਯਾਦ ਹੈ ਜਿਸ ਵੇਲੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਅਤੇ ਜਨਵਰੀ 2021 ਦੇ ਵਿੱਚ ਪ੍ਰਸ਼ਾਂਤ ਭੂਸ਼ਣ ਜਿਹੜੇ ਮਸ਼ਹੂਰ ਵਕੀਲ ਨੇ ਸੁਪਰੀਮ ਕੋਰਟ ਦੇ, ਉਹਨਾਂ ਔਰ ਉਹਨਾਂ ਦੇ ਕੁਝ ਸਾਥੀਆਂ ਨੇ ਇੱਕ ਕਿਸਾਨ ਸੰਸਦ ਆਯੋਜਿਤ ਕੀਤਾ ਸੀਗਾ ਗੁਰੂ ਤੇਗ ਬਹਾਦਰ ਮੈਮੋਰੀਅਲ, ਜਿਹੜਾ ਬਿਲਕੁਲ ਸਿੰਘੂ ਬਾਰਡਰ ਦੇ ਨਾਲ ਹੀ ਆ। ਮੈਂ ਵੀ ਉਹਦੇ 'ਚ ਹਿੱਸਾ ਲਿਆ ਸੀ, ਸਾਡੇ ਹੋਰ ਵੀ ਕੋਈ ਸਾਥੀਆਂ ਨੇ ਹਿੱਸਾ ਲਿਆ ਸੀ ਉਹਦੇ 'ਚ। ਔਰ ਮੈਂ ਆਪਣੇ ਭਾਸ਼ਣ ਦੇ ਵਿੱਚ ਇੱਕ ਖਦਸ਼ਾ ਜ਼ਾਹਿਰ ਕੀਤਾ ਸੀ। ਮੈਂ ਕਿਹਾ ਇਹ ਜਿਹੜੇ ਖੇਤੀ ਬਿੱਲ ਵੀ ਆਏ ਆ, ਇਹ ਇਸ ਕਰਕੇ ਆਏ ਆ ਵੀ ਜਿਹੜੇ ਸਟੇਟਾਂ ਵਾ ਉਹਨਾਂ ਨੇ ਆਪਣਾ ਰੋਲ ਨਹੀਂ ਨਿਭਾਇਆ ਖੇਤੀਬਾੜੀ ਪ੍ਰਤੀ, ਕਿਸਾਨਾਂ ਪ੍ਰਤੀ। ਔਰ ਜੇ ਇਸੇ ਤਰ੍ਹਾਂ ਸਟੇਟਾਂ ਆਪਣਾ ਰੋਲ ਨਹੀਂ ਨਿਭਾਉਣਗੀਆਂ ਅਤੇ ਕੇਂਦਰ ਜਿਹੜਾ ਵਾ ਉਹਨਾਂ ਦੇ ਹੋਰ ਜਿਹੜੇ ਹੱਕ ਆ ਉਹਨਾਂ 'ਤੇ ਡਾਕਾ ਮਾਰਦਾ ਰਹੂਗਾ। ਔਰ ਮੈਂ ਉੱਥੇ ਜ਼ਿਕਰ ਕੀਤਾ ਕਿ ਕੋਆਪਰੇਟਿਵ ਮੂਵਮੈਂਟ, ਕੋਆਪਰੇਟਿਵ ਸੁਸਾਇਟੀਜ਼ ਦੇ ਉੱਪਰ ਵੀ ਕੇਂਦਰ ਡਾਕਾ ਮਾਰ ਸਕਦਾ ਵਾ। ਉਹੀ ਹੋਇਆ। ਹਾਲੀ ਮੈਨੂੰ ਉਦੋਂ ਕੋਈ ਇਨਫੋਰਮੇਸ਼ਨ ਨਹੀਂ ਸੀ ਵੀ ਇਹ ਹੋਣ ਜਾ ਰਿਹਾ ਵਾ, ਪਰ ਉਹੀ ਗੱਲ ਹੋਈ। ਆ ਹੁਣ ਕੋਆਪਰੇਟਿਵ ਸੁਸਾਇਟੀਜ਼ ਅਮੈਂਡਮੈਂਟ ਬਿੱਲ ਇੱਕ ਜਿਹੜਾ ਵਾ ਉਹ ਜਿਹੜਾ ਸਰਦ ਰੁੱਤ ਸੀ, ਵਿੰਟਰ ਸੈਸ਼ਨ ਸੀ ਪਾਰਲੀਮੈਂਟ ਦਾ, ਸੰਸਦ ਦਾ, ਉਹਦੇ 'ਚ ਇੰਟਰੋਡਿਊਸ ਕੀਤਾ ਗਿਆ। ਵਿਰੋਧੀ ਧਿਰਾਂ ਨੇ ਰੌਲਾ ਪਾਇਆ ਵੀ ਇਹ ਗਲਤ ਹੋ ਰਿਹਾ ਵਾ। ਔਰ ਉਸ ਤੋਂ ਬਾਅਦ ਇਹਨੂੰ ਇਹ ਜਿਹੜਾ ਬਿੱਲ ਲਿਆਂਦਾ ਗਿਆ, ਇਹਦਾ ਪੂਰਾ ਨਾਂ ਹੈ ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀਜ਼ ਅਮੈਂਡਮੈਂਟ ਬਿੱਲ 2022। ਔਰ ਇਹਨੂੰ ਹੁਣ ਇੱਕ ਸੰਸਦ ਦੀ ਸਟੈਂਡਿੰਗ ਕਮੇਟੀ ਨੂੰ ਇਹ ਰੈਫਰ ਕਰ ਦਿੱਤਾ ਗਿਆ, ਜੋ ਮੰਗ ਸੀ ਵਿਰੋਧੀ ਧਿਰਾਂ ਦੀ ਵੀ ਇਹ ਸਟੇਟਾਂ ਦੇ ਹੱਕਾਂ ਦੇ ਉੱਤੇ ਇੱਕ ਤਰੀਕੇ ਦਾ ਡਾਕਾ ਵਾ। ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਪਿਛਲੇ ਕਰੀਬ ਆਲਮੋਸਟ 2 ਸਾਲਾਂ ਤੋਂ ਇਹ ਬਿੱਲ ਲਿਆਉਣ ਦੀ ਤਿਆਰੀ ਹੋ ਰਹੀ ਸੀ। ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪਹਿਲੋਂ ਜਿਹੜੀ ਕੋਆਪਰੇਟਿਵ ਡਿਪਾਰਟਮੈਂਟ ਆ, ਇਹ ਡਿਪਾਰਟਮੈਂਟ ਆਫ ਐਗਰੀਕਲਚਰ, ਕੇਂਦਰ ਦੀ ਡਿਪਾਰਟਮੈਂਟ ਐਗਰੀਕਲਚਰ ਥੱਲੇ ਸੀ। ਲੇਕਿਨ ਪਿਛਲੇ ਸਾਲ ਸੈਪਰੇਟ ਕੋਆਪਰੇਟਿਵ ਮਿਨਿਸਟਰੀ ਬਣਾ ਦਿੱਤੀ ਗਈ ਔਰ ਉਹ ਮਿਨਿਸਟਰ ਬਣੇ ਅਮਿਤ ਸ਼ਾਹ, ਜਿਹੜੇ ਗ੍ਰਹਿ ਮੰਤਰੀ ਵੀ ਨੇ, ਉਹ ਇਹਦੇ ਕੋਆਪਰੇਟਿਵ ਡਿਪਾਰਟਮੈਂਟ ਜਾਂ ਕੋਆਪਰੇਟਿਵ ਪੋਰਟਫੋਲੀਓ ਦੇ ਵੀ ਮੰਤਰੀ ਨੇ। ਸੋ ਉਦੋਂ ਤੋਂ ਇਹ ਕੋਸ਼ਿਸ਼ ਸੀ ਵੀ ਇਹ ਜਿਹੜਾ ਅਟਲ ਬਿਹਾਰੀ ਵਾਜਪਾਈ ਵੇਲੇ ਜਿਹੜਾ ਲਾਅ ਬਣਿਆ ਸੀ ਕੋਆਪਰੇਟਿਵ ਸੁਸਾਇਟੀਜ਼ ਦੇ ਉੱਪਰ, ਕਿ ਉਹਦੇ ਵਿੱਚ ਸੋਧ ਕੀਤੀ ਜਾਵੇ। ਔਰ ਉਹ ਸੋਧ ਬਿੱਲ ਹੁਣ ਇਹਨਾਂ ਨੇ ਇਸ ਵੇਲੇ ਲੈਣ ਦਾ ਵਾ। ਔਰ ਅਮਿਤ ਸ਼ਾਹ ਲਗਾਤਾਰ ਕਹਿੰਦੇ ਆਏ ਜਦੋਂ ਦੇ ਮੰਤਰੀ ਬਣੇ ਸੀ ਵੀ ਇੱਕ ਨੈਸ਼ਨਲ ਕੋਆਪਰੇਟਿਵ ਪਾਲਿਸੀ ਬਣਾਉਣ ਦੀ ਲੋੜ ਹੈ। ਜਿਵੇਂ ਪਿੱਛੇ ਜਿਹੇ ਐਜੂਕੇਸ਼ਨ ਪਾਲਿਸੀ ਬਣੀ ਹੈ ਨਾ, ਨੈਸ਼ਨਲ ਐਜੂਕੇਸ਼ਨ ਪਾਲਿਸੀ, ਵੀ ਇਸੇ ਤਰ੍ਹਾਂ ਨੈਸ਼ਨਲ ਕੋਆਪਰੇਟਿਵ ਪਾਲਿਸੀ ਬਣਾਉਣ ਦੀ ਲੋੜ ਹੈ। ਪਰ ਵੱਡਾ ਸਵਾਲ ਇਹ ਆ ਵੀ ਕੀ ਕੇਂਦਰ ਨੈਸ਼ਨਲ ਕੋਆਪਰੇਟਿਵ ਸੁਸਾਇਟੀਜ਼ ਪਾਲਿਸੀ ਬਣਾ ਸਕਦਾ ਵਾ? ਮੇਰਾ ਮੰਨਣਾ ਵਾ ਵੀ ਉਹ ਨਹੀਂ ਬਣਾ ਸਕਦਾ, ਕਿਉਂਕਿ ਜਿਹੜਾ ਸਾਡਾ ਸੰਵਿਧਾਨ ਹੈ ਉਹ ਬੜਾ ਕਲੀਅਰ ਹੈ। ਸੰਵਿਧਾਨ ਦੇ ਵਿੱਚ ਜਿਹੜਾ 7th ਸ਼ਡਿਊਲ ਆ, ਉਹਦੇ ਵਿੱਚ ਦੱਸਿਆ ਗਿਆ ਵਾ ਵੀ ਸੈਂਟਰ ਦੇ ਕੋਲ ਕੀ ਅਧਿਕਾਰ ਨੇ, ਸਟੇਟਾਂ ਕੋਲ ਕੀ ਅਧਿਕਾਰ ਨੇ, ਔਰ ਕਿਹੜੇ ਖੇਤਰ ਨੇ ਜਿੱਥੇ ਸੈਂਟਰ ਤੇ ਸਟੇਟਾਂ ਦੋਵੇਂ ਕਾਨੂੰਨ ਬਣਾ ਸਕਦੀਆਂ। ਔਰ ਉਹਦੇ 'ਚ ਬੜੀ ਕਲੀਅਰਲੀ ਇਹ ਚੀਜ਼ ਦਰਜ ਆ
ਸਟੇਟ ਲਿਸਟ ਹੈ ਜਿਹੜੀ ਸਟੇਟਾਂ ਦੀ ਲਿਸਟ ਹੈ ਵੀ ਸਟੇਟਾਂ ਦੇ ਅਧਿਕਾਰ ਇਸ ਲਿਸਟ ਮੁਤਾਬਕ ਆ ਉਹਦੇ ਜਿਹੜੀ ਐਂਟਰੀ 32 ਆ ਉਹਦੇ 'ਚ ਕੋਆਪਰੇਟਿਵ ਸੁਸਾਇਟੀਜ਼ ਲਿਖਿਆ ਹੋਇਆ। ਇਹਦਾ ਮਤਲਬ ਇਹ ਸਟੇਟਾਂ ਦਾ ਅਧਿਕਾਰ ਖੇਤਰ ਆ। ਔਰ ਇੱਕ ਜਿਹੜੀ ਯੂਨੀਅਨ ਲਿਸਟ ਆ ਉਹਦੇ 'ਚ ਕੁਝ ਹੋਰ ਵੀ ਗੱਲਾਂ ਲਿਖੀਆਂ ਵਾ, ਲੇਕਿਨ ਉਹਦੇ 'ਚ ਜਿਹੜੀ ਐਂਟਰੀ 43 ਆ ਉਹਦੇ 'ਚ ਇਹ ਚੀਜ਼ ਦਰਜ ਆ ਕਿ ਕੋਆਪਰੇਟਿਵ ਸੁਸਾਇਟੀਜ਼ ਦਾ ਵਿੱਚ ਸੈਂਟਰ ਦਾ ਅਧਿਕਾਰ ਖੇਤਰ ਨਹੀਂ, ਕੋਈ ਸੈਂਟਰ ਦਾ ਅਧਿਕਾਰ ਨਹੀਂ ਹੈ। ਫਿਰ ਵੀ ਇਹ ਬਿੱਲ ਲਿਆਂਦਾ ਜਾ ਰਿਹਾ। ਪਹਿਲਾਂ ਅਟਲ ਬਿਹਾਰੀ ਵਾਜਪਾਈ ਨੇ ਬਿੱਲ ਲਿਆਂਦਾ 2002 ਦੇ ਵਿੱਚ। ਫਿਰ ਉਹਦੇ ਬਾਅਦ ਇੱਕ ਸੋਧ ਵੀ ਕੀਤੀ ਗਈ 2011 ਦੇ ਵਿੱਚ 97th ਅਮੈਂਡਮੈਂਟ 97ਵੀਂ ਸੋਧ 2011 ਦੇ ਵਿੱਚ, ਲੇਕਿਨ ਉਹ ਚੈਲੰਜ ਕੀਤੀ ਗਈ। ਉਹ ਚੈਲੰਜ ਹੋਈ ਸੁਪਰੀਮ ਕੋਰਟ ਦੇ ਵਿੱਚ ਅਤੇ ਸੁਪਰੀਮ ਕੋਰਟ ਨੇ ਪਿਛਲੇ ਸਾਲ ਜਿਹੜਾ ਆਪਣਾ ਫੈਸਲਾ ਦਿੱਤਾ ਵਾ ਉਹਦੇ 'ਚ ਉਹਦੇ ਕੁਝ ਪਹਿਲੂ ਜਿਹੜੇ ਸੀ ਉਹਨਾਂ ਨੂੰ ਰੱਦ ਕਰਤਾ। ਔਰ ਉਹਨਾਂ ਨੇ ਕਿਹਾ ਕਿ ਇਹ ਵੈਸੇ ਵੀ ਇਹ ਜਿਹੜੀਆਂ ਸੋਧਾਂ ਹੋਈਆਂ ਵਾ ਕੋਆਪਰੇਟਿਵ ਸੁਸਾਇਟੀਜ਼ ਬਿੱਲ ਦੇ ਵਿੱਚ 97th ਅਮੈਂਡਮੈਂਟ ਹੈ ਜਿਹੜੀ, ਇਹਨੂੰ ਸਟੇਟਾਂ ਤੋਂ ਵੀ ਅੱਧੀਆਂ ਸਟੇਟਾਂ ਤੋਂ ਰੈਟੀਫਾਈ ਕਰਨਾ ਬਣਦਾ ਵਾ ਜੋ ਸੰਵਿਧਾਨ ਮੁਤਾਬਕ ਹੋਵੇ। ਉਹ ਵੀ ਨਹੀਂ ਸੀ ਹੋਇਆ। ਸੋ ਉਹਦੇ ਨਾਲ ਵੀ ਬੜੀ ਗੱਲ ਕਲੀਅਰ ਹੋ ਗਈ ਕਿ ਇਹ ਜਿਹੜਾ ਅਧਿਕਾਰ ਖੇਤਰ ਹੈ ਇਹ ਸਟੇਟਾਂ ਦਾ ਵਾ। ਅਤੇ ਫਿਰ ਸੈਂਟਰ ਕਿਉਂ ਦਖਲ ਦੇ ਰਹੀ ਹੈ? ਲੇਕਿਨ ਦੇ ਰਹੀ ਹੈ ਦਖਲ। ਔਰ ਇਹ ਇੱਕ ਹੋਰ ਡਾਕਾ ਵਾ ਸਟੇਟਾਂ ਦੇ ਅਧਿਕਾਰਾਂ ਦੇ ਉੱਪਰ। ਤੁਹਾਨੂੰ ਯਾਦ ਹੋਊਗਾ 1975-77 ਦੇ ਵਿੱਚ ਜਦੋਂ ਨੈਸ਼ਨਲ ਐਮਰਜੈਂਸੀ ਲੱਗੀ ਸੀ, ਉਦੋਂ ਬਹੁਤ ਸਾਰੇ ਜਿਹੜੇ ਸਟੇਟਾਂ ਦੇ ਅਧਿਕਾਰ ਖੇਤਰ ਸੀ, ਜਿਹੜੇ ਐਜੂਕੇਸ਼ਨ, ਫੋਰੈਸਟ, ਵਾਈਲਡ ਲਾਈਫ, ਜਸਟਿਸ, ਇੱਦਾਂ ਦੀਆਂ ਬਹੁਤ ਸਾਰੀਆਂ 5 ਚੀਜ਼ਾਂ ਸੀ ਜਿਹੜੀਆਂ ਸੈਂਟਰ ਆਪਣੇ ਕੇਂਦਰ ਦੀ ਲਿਸਟ ਦੇ ਵਿੱਚ ਉਹਨਾਂ ਨੂੰ ਲੈ ਗਈ, ਯੂਨੀਅਨ ਲਿਸਟ ਦੇ ਵਿੱਚ ਲੈ ਗਈ ਸੀ। ਸੋ ਇਹ ਵੀ ਇੱਕ ਨਵਾਂ ਕਦਮ ਆ ਜਿਹੜਾ ਕੋਆਪਰੇਟਿਵ ਸੁਸਾਇਟੀਜ਼ ਨੂੰ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਆ। ਔਰ ਜਿਵੇਂ ਨੈਸ਼ਨਲ ਐਜੂਕੇਸ਼ਨ ਪਾਲਿਸੀ, ਜਦੋਂ ਐਜੂਕੇਸ਼ਨ ਨੂੰ ਤੁਸੀਂ ਸੈਂਟਰ ਦੇ ਅਧਿਕਾਰ ਖੇਤਰ 'ਚ ਲੈਣ ਦਾ, ਅਤੇ ਹੁਣ ਨਵੀਂ ਐਜੂਕੇਸ਼ਨ ਪਾਲਿਸੀ ਬਣ ਰਹੀ ਜਿਹਦਾ ਵਿਰੋਧ ਹੋ ਰਿਹਾ। ਬਹੁਤ ਸਾਰੀਆਂ ਸਟੇਟਾਂ ਕਹਿ ਰਹੀਆਂ ਜੀ ਤੁਸੀਂ ਸਾਡੇ 'ਤੇ ਭਾਸ਼ਾ ਕਿਵੇਂ ਕੋਈ ਥੋਪ ਸਕਦੇ ਜੇ, ਹਿੰਦੀ ਕਿਵੇਂ ਥੋਪ ਸਕਦੇ ਜੇ। ਸੋ ਇਸੇ ਤਰ੍ਹਾਂ ਦੀ ਗੱਲ ਇਹ ਕੋਆਪਰੇਟਿਵ ਮੂਵਮੈਂਟ ਦੇ ਉੱਤੇ ਵੀ ਹੋਊਗੀ। ਸੋ ਮੇਰਾ ਖਿਆਲ ਆ ਕਿ ਅਸੀਂ ਆਸ ਕਰਦੇ ਹਾਂ ਕਿ ਹੁਣ ਕਿਉਂਕਿ ਇਹਨੂੰ ਰੈਫਰ ਕਰ ਦਿੱਤਾ ਗਿਆ ਵਾ ਸੰਸਦ ਦੀ ਇੱਕ ਕਮੇਟੀ ਦੇ ਸਾਹਮਣੇ, ਅਤੇ ਉਹ ਕਮੇਟੀ ਜਿਹੜੀ ਆ ਇਹਨੂੰ ਪ੍ਰੋਪਰ ਇਹਦੇ 'ਤੇ ਗਾਈਡਲਾਈਨਸ ਇਸ਼ੂ ਕਰੂਗੀ ਵੀ ਸੈਂਟਰ ਜੇ ਇੰਟਰਫੇਅਰ ਕਰ ਸਕਦਾ ਵਾ ਅਤੇ ਕਿੱਥੋਂ ਤੱਕ ਕਰ ਸਕਦਾ ਵਾ, ਔਰ ਕਿਵੇਂ ਉਹ ਸਟੇਟਾਂ ਨੂੰ ਨਾਲ ਲੈ ਕੇ ਚੱਲੇ ਇਸ ਮਸਲੇ ਦੇ ਵਿੱਚ। ਹੁਣ ਆਪਾਂ ਇਸ ਤੋਂ ਨੈਕਸਟ ਮਸਲੇ 'ਤੇ ਆਉਂਦੇ ਹਾਂ। ਦੇਸ਼ ਅਤੇ ਪੰਜਾਬ 'ਚ ਕਿੰਨੀ ਕਾਮਯਾਬ ਰਹੀ ਹੈ ਸਹਿਕਾਰਤਾ ਲਹਿਰ। ਉਸ ਤੋਂ ਪਹਿਲਾਂ ਮੈਂ ਬਰੀਫਲੀ ਇਹ ਵੀ ਦੱਸੂੰਗਾ ਕਿ ਇਹਦਾ ਬੈਕਗਰਾਊਂਡ ਕੀ ਆ। ਦੇਖੋ ਜੀ, ਕੋਆਪਰੇਟਿਵ ਮੂਵਮੈਂਟ ਇੰਡੀਆ ਦੇ ਵਿੱਚ ਜਿਹੜੀ ਆਈ ਆ, ਇਹ ਆਈ ਆ 1904 ਦੇ ਵਿੱਚ, ਜਦੋਂ ਇੰਡੀਅਨ ਕੋਆਪਰੇਟਿਵ ਸੁਸਾਇਟੀਜ਼ ਐਕਟ ਜਿਹੜੀ ਆ ਉਹ ਬਣੀ। ਔਰ ਉਸ ਤੋਂ ਬਾਅਦ 1905 ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਕੋਆਪਰੇਟਿਵ ਸੁਸਾਇਟੀ ਬਣੀ ਸੀ ਉਹ ਕਰਨਾਟਕਾ 'ਚ ਬਣੀ ਸੀ। ਉਸ ਵੇਲੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਜ਼ਿਮੀਂਦਾਰ ਸੀ, ਕਿਸਾਨ ਸੀ, ਉਹ ਕਰਜ਼ੇ ਹੇਠ ਆ ਗਏ। ਸੋ ਇਹ ਸੁਸਾਇਟੀਆਂ ਬਣੀਆਂ ਕੋਆਪਰੇਟਿਵ ਸੁਸਾਇਟੀਜ਼ ਉਹਨਾਂ ਨੂੰ ਕਰਜ਼ਾ ਦੇਣ ਵਾਸਤੇ। ਫਿਰ ਹੌਲੀ ਹੌਲੀ ਇਹਨਾਂ ਦਾ ਅਧਿਕਾਰ ਖੇਤਰ ਵਧਿਆ। ਇਹ ਫਿਰ ਜਿਹੜੀਆਂ ਖੇਤੀਬਾੜੀ ਦੇ ਹੋਰ ਕੰਮ ਨੇ ਉਹਨਾਂ 'ਚ ਵੀ ਮਦਦ ਕਰਨ ਲੱਗ ਪਈ। ਖਾਦ, ਕੀਟਨਾਸ਼ਕ ਦਵਾਈਆਂ, ਹੋਰ ਵੀ ਇਹ ਚੀਜ਼ਾਂ ਕਿਸਾਨਾਂ ਨੂੰ ਦੇਣ ਲੱਗ ਪਈ। ਸੋ ਉਸ ਤੋਂ ਬਾਅਦ ਇਹਦਾ ਸਕੋਪ ਵੱਧਦਾ ਗਿਆ ਔਰ ਹੁਣ ਬਹੁਤ ਸਾਰੇ ਮੁਲਕ ਦੇ ਵਿੱਚ ਆਲਮੋਸਟ 8.5 ਲੱਖ ਕੋਆਪਰੇਟਿਵ ਸੁਸਾਇਟੀਆਂ ਇਸ ਵੇਲੇ, ਔਰ 1.25 ਕਰੋੜ ਦੇ ਕਰੀਬ ਲੋਕੀ ਇਹਨਾਂ ਸੁਸਾਇਟੀਆਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਆ। ਕਈ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਬਹੁਤ ਵਧੀਆ ਕੰਮ ਕਰ ਰਹੀਆਂ, ਜਿਵੇਂ ਗੁਜਰਾਤ ਦੇ ਵਿੱਚ ਅਮੁਲ, ਆਨੰਦ ਦੇ ਵਿੱਚ ਜਿਹੜੀ ਅਮੁਲ ਡੇਅਰੀ ਆ ਕੋਆਪਰੇਟਿਵ ਸੁਸਾਇਟੀ ਆ, ਬਹੁਤ ਵਧੀਆ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਇਫਕੋ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਜਿਹੜੀ ਆ, ਇਸੇ ਤਰ੍ਹਾਂ ਇੰਡੀਅਨ ਕਾਫੀ ਹਾਊਸ, ਤੁਸੀਂ ਵੇਖੇ ਹੋਣੇ ਕਈ ਥਾਵਾਂ 'ਤੇ ਕਾਫੀ ਹਾਊਸ ਜਿਹੜੇ ਨੇ ਉਹ ਸਾਰੇ ਉਸ ਸੁਸਾਇਟੀ ਦੇ ਤਹਿਤ ਚੱਲਦੇ ਆ। ਔਰ ਇਸੇ ਤਰ੍ਹਾਂ ਕਰਨਾਟਕਾ ਦੀ ਇੱਕ ਮਿਲਕ ਫੈਡਰੇਸ਼ਨ ਆ, ਇਹ ਬਹੁਤ ਵਧੀਆ ਕੰਮ ਕਰ ਰਹੇ। ਪੰਜਾਬ ਦੇ ਵਿੱਚ ਆਪਣੇ ਆਲਮੋਸਟ 19,000 ਦੇ ਕਰੀਬ ਕੋਆਪਰੇਟਿਵ ਸੁਸਾਇਟੀਜ਼ ਆ, ਪਰ ਇਹਨਾਂ 'ਚੋਂ ਕਰੀਬ 4,000 ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਅਤੇ ਕ੍ਰੈਡਿਟ ਸੁਸਾਇਟੀਜ਼ ਆ। ਇਹ ਜਿਹੜੇ 4,000 ਆ, ਇਹਨਾਂ 'ਚੋਂ ਕਰੀਬ ਅੱਧੀਆਂ 50 ਤੋਂ 52% ਤੇ ਨਫੇ ਦੇ ਵਿੱਚ ਆ, ਬਾਕੀ ਨੁਕਸਾਨ ਦੇ ਵਿੱਚ ਆ, ਜਿਨ੍ਹਾਂ ਦੀ ਕਾਰਗੁਜ਼ਾਰੀ ਠੀਕ ਨਹੀਂ। ਔਰ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਵਾ ਉਹ ਤਾਂ ਚੰਗਾ ਕੰਮ ਕਰ ਰਹੀਆਂ ਵਾ, ਉਹ ਕਿਸਾਨਾਂ ਨੂੰ ਖਾਦ ਵੀ ਦਿੰਦੀਆਂ ਵਾ, ਸੰਦ ਵੀ ਮੁਹੱਈਆ ਕਰਾਉਂਦੀਆਂ ਵਾ। ਖਾਸ ਕਰਕੇ ਜਿਹੜੇ ਛੋਟੇ ਕਿਸਾਨ ਨੇ, ਜਿਹੜੇ ਛੋਟੇ ਅਤੇ ਮੱਧਮ ਵਰਗ ਦੇ ਕਿਸਾਨ ਨੇ, ਜਿਹੜੇ ਆਲਮੋਸਟ ਕਰੀਬ 33% ਲੈਂਡ ਹੋਲਡਿੰਗ ਉਹਨਾਂ ਕੋਲ ਆ, ਜ਼ਮੀਨ ਤਾਂ ਸਿਰਫ 10% ਹੀ ਉਹਨਾਂ ਕੋਲ ਆ, ਪਰ ਉਹ ਟਰੈਕਟਰ ਵਗੈਰਾ ਅਫੋਰਡ ਨਹੀਂ ਕਰ ਸਕਦੇ। ਸੋ ਉਹਨਾਂ ਵਾਸਤੇ ਬਹੁਤ ਵੱਡੇ ਪੱਧਰ 'ਤੇ ਇਹਦੀ ਮਦਦ ਹੁੰਦੀ ਆ। ਲੇਕਿਨ ਜਿਹੜੀ ਬੇਈਮਾਨੀ ਆ, ਕਰਪਸ਼ਨ ਆ,
ਬਹੁਤ ਜਿਹੜੇ ਕੋਆਪਰੇਟਿਵ ਸੁਸਾਇਟੀਜ਼ ਆ ਉਹ ਭ੍ਰਿਸ਼ਟਾਚਾਰ ਨਾਲ ਲਿਪਿਤ ਨੇ। ਔਰ ਤੁਸੀਂ ਵੇਖਿਆ ਹੀ ਆ ਕਿ ਆ ਥੋੜ੍ਹੇ ਦਿਨ ਪਹਿਲਾਂ ਸਤੰਬਰ ਦੇ ਵਿੱਚ ਕਾਜਲਾ ਮਲਟੀਪਰਪਜ਼ ਕੋਆਪਰੇਟਿਵ ਸੁਸਾਇਟੀ ਹੈ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਕੋਲ 4 ਕਰੋੜ ਦਾ ਗਬਨ ਉੱਥੇ ਫੜਿਆ ਗਿਆ। ਇਸੇ ਤਰ੍ਹਾਂ 2 ਸਾਲ ਪਹਿਲਾਂ ਆਦਮਪੁਰ 'ਚ 8 ਕਰੋੜ ਦਾ ਗਬਨ ਸੀ। ਮੋਗੇ ਦੇ ਕੋਲ ਇੱਕ ਸੁਸਾਇਟੀ ਆ ਉਹਦੇ ਤੇ 60-65 ਲੱਖ ਦਾ ਗਬਨ ਸੀ ਸਾਲ ਪਹਿਲਾਂ। ਸੋ ਇਹ ਭ੍ਰਿਸ਼ਟਾਚਾਰ ਨੇ ਬੇੜਾ ਗਰਕ ਕੀਤਾ ਵਾ ਬਹੁਤ ਸਾਰੀਆਂ ਕੋਆਪਰੇਟਿਵ ਸੁਸਾਇਟੀਜ਼ ਨੂੰ। ਹੁਣ ਆਪਾਂ ਲਾਸਟ ਮਸਲੇ ਤੇ ਆਉਂਦੇ ਹਾਂ। ਕਿੰਨਾ ਸੂਬਿਆਂ ਅਤੇ ਮੁਲਕਾਂ ਦੀਆਂ ਸਹਿਕਾਰਤਾ ਸਭਾਵਾਂ ਕੋਆਪਰੇਟਿਵ ਸੁਸਾਇਟੀਜ਼ ਤੋਂ ਸਿੱਖਣ ਦੀ ਹੈ ਲੋੜ। ਦੇਖੋ ਮੁਲਕ ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਬਹੁਤ ਵਧੀਆ ਕੋਆਪਰੇਟਿਵ ਸੁਸਾਇਟੀਜ਼ ਚੱਲਦੀਆਂ। ਬ੍ਰਾਜ਼ੀਲ ਤੋਂ ਇਲਾਵਾ ਨਾਰਵੇ, ਯੂਰੂਗਵਾਏ, ਕੈਨੇਡਾ, ਡੈਨਮਾਰਕ ਵਗੈਰਾ ਦੇ ਵਿੱਚ ਇਹ ਕੋਆਪਰੇਟਿਵ ਸੁਸਾਇਟੀਜ਼ ਬਹੁਤ ਚੰਗੀਆਂ ਚੱਲਦੀਆਂ। ਇਹ ਸਾਰੀਆਂ ਐਗਰੀਕਲਚਰਲ ਸਟੇਟਸ ਆ, ਐਗਰੀਕਲਚਰ ਕੰਟਰੀਜ਼ ਆ, ਜਿਹੜੀ ਬਹੁਤ ਵੱਡੀ ਉੱਥੇ ਐਗਰੀਕਲਚਰ ਪੈਦਾਵਾਰ ਆ। ਇੰਡੀਆ ਦੇ ਵਿੱਚ ਮਹਾਰਾਸ਼ਟਰ ਬਹੁਤ ਵਧੀਆ ਕੰਮ ਕਰ ਰਿਹਾ ਵਾ। ਉੱਥੇ ਮਹਾਰਾਸ਼ਟਰ ਦੇ ਵਿੱਚ ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀਜ਼ ਵੀ ਆ 500-600। ਸੋ ਸਾਨੂੰ ਮਹਾਰਾਸ਼ਟਰ ਤੋਂ ਜਿਹੜਾ ਮਲਟੀ ਸਟੇਟ ਕੋਆਪਰੇਟਿਵ ਮਾਡਲ ਆ ਉੱਥੋਂ ਸਿੱਖਣ ਦੀ ਲੋੜ ਆ। ਇਸ ਤੋਂ ਇਲਾਵਾ ਜਿਹੜੀ ਆਨੰਦ ਦੀ ਜਿਹੜੀ ਅਮੁਲ ਡੇਅਰੀ ਆ, ਅਮੁਲ ਕੋਆਪਰੇਟਿਵ ਸੁਸਾਇਟੀ ਆ, ਉਹਦੇ ਤੋਂ ਮੇਰੇ ਖਿਆਲ ਮਿਲਕ ਫੈਡ ਵਰਗੀਆਂ ਸੰਸਥਾ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ। ਤੁਸੀਂ ਹੈਰਾਨ ਹੋਗੇ, ਅਮੁਲ ਡੇਅਰੀ ਜਿਹੜੀ ਆ, ਅਮੁਲ ਸੁਸਾਇਟੀ ਜਿਹੜੀ ਆ 16 ਮਿਲੀਅਨ ਦੁੱਧ ਦੇ ਉਤਪਾਦਕ ਜਿਹੜੇ ਆ ਉਹਦੇ ਮੈਂਬਰ ਨੇ ਔਰ ਉਹ 2.25 ਲੱਖ ਮਿਲਕ ਕੋਆਪਰੇਟਿਵ ਸੁਸਾਇਟੀਜ਼ ਨੂੰ ਰੋਜ਼ ਦੁੱਧ ਪਾਉਂਦੇ ਆ। ਉਹਦੇ ਮੁਕਾਬਲੇ 'ਚ ਮਿਲਕ ਫੈਡ ਚੰਗਾ ਕੰਮ ਕਰ ਰਹੀ ਹੈ, ਲੇਕਿਨ ਮਿਲਕ ਫੈਡ ਸਿਰਫ 6500 ਸੁਸਾਇਟੀਆਂ ਉਹਦੀਆਂ ਔਰ ਸਿਰਫ 3.25 ਲੱਖ ਦੁੱਧ ਦੇ ਉਤਪਾਦਕ ਨੇ ਉਹਦੇ ਕੋਲ। ਇੱਕ ਪਾਸੇ 16 ਮਿਲੀਅਨ, ਇੱਥੇ 3.25 ਲੱਖ। ਮਾਰਕਫੈਡ ਜਿਹੜੀ ਆ ਇਹ ਵੀ ਬੜੀ ਧੂਮਧਾਮ ਨਾਲ 1954 'ਚ ਸਥਾਪਿਤ ਹੋਈ ਸੀ ਪੰਜਾਬ ਦੇ ਵਿੱਚ, ਲੇਕਿਨ 800 ਕਰੋੜ ਦਾ ਇਹਦੇ 'ਤੇ ਕਰਜ਼ਾ 2018 ਚੜ੍ਹ ਗਿਆ ਸੀ। ਹੁਣ ਸੁਣਿਆ ਵਾ ਅੱਧਾ ਕਰਜ਼ਾ ਲੱਥ ਗਿਆ ਵਾ, ਲੇਕਿਨ ਇਸ ਸੁਸਾਇਟੀ ਦੇ ਵੱਲ ਵੀ ਧਿਆਨ ਦੇਣ ਦੀ ਲੋੜ ਆ। ਔਰ ਮੇਰੇ ਖਿਆਲ ਇਹਨੂੰ ਹੋਰ ਕੰਮਾਂ ਦੇ ਵਿੱਚ ਜਿਹੜੀ ਫਸਲਾਂ ਦੀ ਪ੍ਰੋਕਿਉਰਮੈਂਟ, ਜਦੋਂ ਆਪਾਂ MSP ਦੀ ਮੰਗ ਕਰਦੇ ਆ, ਕੁਝ MSP ਸਟੇਟ ਵੀ ਦੇ ਸਕਦੀ ਹੈ। ਜਿਹੜੀਆਂ ਫਸਲਾਂ ਸਟੇਟ ਦੇ ਵਿੱਚ ਖਪਤ ਜਿਨ੍ਹਾਂ ਦੀ ਹੋ ਸਕਦੀ ਆ, ਦਾਲਾਂ ਦੀ, ਆਇਲ ਸੀਡਸ ਦੀ, ਉਹ ਮਾਰਕਫੈਡ ਨੂੰ ਉਹਨਾਂ ਦੀ ਮਾਰਕੀਟਿੰਗ ਕਰਨੀ ਚਾਹੀਦੀ ਹੈ, ਪ੍ਰੋਕਿਉਰਮੈਂਟ ਕਰਨੀ ਚਾਹੀਦੀ ਹੈ, ਮਾਰਕੀਟਿੰਗ ਕਰਨੀ ਚਾਹੀਦੀ ਆ। ਉਹਦੇ ਨਾਲ ਇਹਨੂੰ ਫਾਇਦਾ ਵੀ ਹੋਊਗਾ ਔਰ ਇਹ ਜਿਹੜੀ ਮਾਰਕਫੈਡ ਸੁਸਾਇਟੀ ਆ ਇਹਨੂੰ ਬਹੁਤ ਵੱਡੇ ਪੱਧਰ 'ਤੇ ਇਹਨੂੰ ਫਾਇਦਾ ਹੋ ਸਕਦਾ। ਇਸ ਤੋਂ ਇਲਾਵਾ ਇੱਕ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਵਾਂ। ਲੰਬੜਾ ਕਾਂਗੜੀ ਹੁਸ਼ਿਆਰਪੁਰ ਦੇ ਕੋਲ ਹੈ, ਬਹੁਤ ਵਧੀਆ ਕੰਮ ਕਰ ਰਹੀ ਹੈ। ਬੜੀ ਪੁਰਾਣੀ ਸੁਸਾਇਟੀ ਆ, ਉਹ ਆਲਮੋਸਟ 100 ਸਾਲ ਪੁਰਾਣੀ ਸੁਸਾਇਟੀ ਆ ਔਰ ਉਹ ਉੱਥੇ ਉਹਨਾਂ ਨੇ ਬਾਇਓਗੈਸ, ਗੋਬਰ ਗੈਸ ਪਲਾਂਟ ਵੀ ਲਾਇਆ ਵਾ। ਉਸ ਤੋਂ ਬਾਅਦ ਉੱਥੇ ਵਾਟਰ ਪਿਊਰੀਫਾਇਰ ਵੀ ਉੱਥੇ ਲਾਇਆ ਵਾ ਔਰ ਆਪਣੇ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਨੂੰ ਸੰਦ ਵਗੈਰਾ 'ਤੇ ਉਹ ਦਿੰਦੇ ਹੀ ਆ। ਔਰ ਹੋਰ ਤੇ ਹੋਰ ਪਿੱਛੇ ਜੇ ਉਹਨਾਂ ਨੇ ਟੈਂਪੂ ਟੈਕਸੀ ਵੀ ਚਲਾਤੀ ਆਪਣੇ ਲੋਕਾਂ ਵਾਸਤੇ, ਤਾਂ ਕਿ ਜੇ ਸ਼ਹਿਰ ਜਾਣਾ ਹੋਵੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ। ਸੋ ਇਹੋ ਜਿਹੀਆਂ ਸੁਸਾਇਟੀਆਂ ਤੋਂ ਬਾਕੀ ਸੁਸਾਇਟੀਆਂ ਨੂੰ ਸੀਖ ਲੈਣੀ ਚਾਹੀਦੀ ਆ। ਜੇ ਅਸੀਂ ਐਗਰੀਕਲਚਰ ਨੂੰ ਕਾਮਯਾਬ ਕਰਨਾ ਵਾ ਦੋਸਤੋ, ਤੇ ਇਹ ਕੋਆਪਰੇਟਿਵ ਸੁਸਾਇਟੀਜ਼ ਦੇ ਥਰੂ ਹੀ ਕਾਮਯਾਬ ਹੋ ਸਕਦੇ, ਕਿਉਂਕਿ ਲੈਂਡ ਹੋਲਡਿੰਗਸ ਬਹੁਤ ਛੋਟੀਆਂ ਹੋ ਗਈਆਂ। ਸੋ ਸਾਨੂੰ ਕੋਆਪਰੇਟਿਵ ਮੂਵਮੈਂਟ ਨੂੰ ਤਕੜਾ ਕਰਨਾ ਹੋਊਗਾ। ਇਹ ਕਹਿਣਾ ਕਿ ਕੇਂਦਰ ਦਖਲ ਦੇ ਰਿਹਾ ਵਾ ਸਿਰਫ ਬਹੁਤ ਨਹੀਂ। ਜੇ ਅਸੀਂ ਆਪਣੀਆਂ ਕੋਆਪਰੇਟਿਵ ਸੁਸਾਇਟੀਆਂ ਨਹੀਂ ਠੀਕ ਕਰਾਂਗੇ, ਨਹੀਂ ਚੰਗੀ ਤਰ੍ਹਾਂ ਚਲਾਵਾਂਗੇ, ਜੇ ਅਸੀਂ ਭ੍ਰਿਸ਼ਟਾਚਾਰ ਨਾਲ ਇਹਨਾਂ ਨੂੰ ਲਿਪਿਤ ਰੱਖਾਂਗੇ ਤਾਂ ਫਿਰ ਕੇਂਦਰ ਦਖਲ ਦੇਊਗਾ। ਸੋ ਇਸ ਕਰਕੇ ਆਪਣਾ ਘਰ ਆਪ ਸੰਭਾਲੀਏ, ਆਪਣੀਆਂ ਕੋਆਪਰੇਟਿਵ ਸੁਸਾਇਟੀਜ਼ ਨੂੰ ਆਪ ਚੁਸਤ ਦਰੁਸਤ ਬਣਾਈਏ ਤਾਂ ਕਿ ਕੇਂਦਰ ਦਖਲ ਨਾ ਦੇ ਸਕੇ। ਅੱਜ ਵਾਸਤੇ ਇੰਨਾ ਹੀ। ਹੁਣ ਮੈਂ ਓਵਰਵਿਊ ਖਤਮ ਕਰ ਰਿਹਾ ਵਾਂ। ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ Hello. ਹੈਲੋ Hello. ਬਾਹਰ ਵਸਦੇ ਪੰਜਾਬੀਆਂ ਨੂੰ ਆਪਣਿਆਂ ਨਾਲ ਜੋੜਨ ਲਈ, ਵਤਨੋਂ ਪਾਰ ਵਸਦਿਆਂ ਨੂੰ ਆਪਣੀ ਮਿੱਟੀ ਦੀ ਝਲਕ ਦੇਣ ਲਈ, ਖਬਰ ਹੀ ਨਹੀਂ ਉਸ ਦੀ ਤਹਿ ਤੱਕ ਜਾ ਕੇ ਸੱਚਾਈ ਤੁਹਾਡੇ ਤੱਕ ਪਹੁੰਚਾਉਣ ਲਈ, ਤੁਹਾਡੀ ਆਵਾਜ਼ ਤੁਹਾਡੇ ਮੁੱਦਿਆਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਮੁੜ ਤੁਹਾਡੇ ਰੂਬਰੂ ਹੋਣ ਜਾ ਰਿਹਾ ਹੈ ਤੁਹਾਡਾ ਆਪਣਾ ਹੋਸਟ ਉੱਗੇ ਪੱਤਰਕਾਰ ਕੰਵਰ ਸੰਧੂ। ਇਹ ਸ਼ੋਅ ਇਸ ਵੇਲੇ ਲਾਈਵ ਟੈਲੀਕਾਸਟ ਹੈ। ਇੱਕ ਵਾਰ ਫੇਰ ਤੋਂ ਪੇਸ਼ ਕਰ ਰਹੇ ਹਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਕੰਵਰ ਸੰਧੂ। ਕਿਉਂਕਿ ਇਹ ਕਾਲ-ਇਨ ਸ਼ੋਅ ਆ, ਤੁਸੀਂ ਵੀ ਇਹਦੇ 'ਚ ਹਿੱਸਾ ਲੈ ਸਕਦੇ ਜੇ। ਹੈਲੋ ਗਲੋਬਲ ਪੰਜਾਬ। ਸਮਾਜ ਦੀ ਹਰ ਖਬਰ ਤੇ ਨਜ਼ਰ ਹੀ ਨਹੀਂ, ਡੂੰਘਾਈ ਨਾਲ ਪੜਚੋਲ ਦਾ ਓਵਰਵਿਊ ਕਮਰ ਸੰਧੂ ਦੇ ਨਾਲ।